हाँ जी, बहुत ही सत्कारयोग बेरोਜ਼ਗਾਰ ईटी टैट पास अध्यापक साथियों, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਥੀਓ, ਆਪਣੇ ਦੀਪਕ ਕੰਬੋਜ ਅਨਪਲਾਈਡ ईटी टैट पास यूनियन ਦਾ ਜਿਹੜਾ ਪੇਜ ਹੈ ਆਪਣਾ, ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਆਪਾਂ ਲਾਈਵ ਹੋ ਕੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕੀਏ। ਹਾਂਜੀ, ਸ਼ੇਅਰ ਕਰ ਦਿਓ ਜੀ, ਲਿੰਕ ਸਾਰੇ ਗਰੁੱਪਾਂ ਦੇ ਵਿੱਚ ਪਾ ਦਿਓ। ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਜੋ ਤੁਸੀਂ ਇੰਨਾ ਲੰਬਾ ਸੰਘਰਸ਼ ਕਰਿਆ ਉਸ ਰੁਜ਼ਗਾਰ ਦੇ ਲਈ, ਉਸ ਦੇ ਵਿੱਚ ਵੀ ਤੁਸੀਂ ਜਿਹੜੀ ਹੈ ਸਫਲਤਾ ਪ੍ਰਾਪਤ ਜਿਹੜੀ ਹੈ ਉਹ ਕਰੋਗੇ। ਸੋ ਸਤਿਕਾਰਯੋਗ ਸਾਥੀਓ, ਕਾਫੀ ਲੰਮੇ ਸਮੇਂ ਬਾਅਦ ਅੱਜ ਤੁਹਾਡੇ ਨਾਲ ਸਾਰੀਆਂ ਭਰਤੀਆਂ ਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ। ਜੋ ਲੰਬੇ ਸਮੇਂ ਦੇ ਦੌਰਾਨ ਚਾਹੇ ਉਹ ਗਰੁੱਪਾਂ ਦੇ ਵਿੱਚ ਗੱਲਾਂ ਹੋਈਆਂ, ਚਾਹੇ ਉਹ ਮੀਟਿੰਗਾਂ ਹੋਈਆਂ, ਜੋ ਗੱਲਬਾਤ ਹੋਈ ਉਸ ਬਾਰੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਉਹ ਸਾਂਝੀ ਕਰਾਂਗੇ। ਕਿਰਪਾ ਕਰਕੇ ਸਾਥੀਓ ਆਪਣਾ ਇਹ ਲਿੰਕ ਹੈ ਜਿਹੜਾ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਾਥੀ ਆਪਣੇ ਨਾਲ ਜਿਹੜੇ ਉਹ ਜੁੜ ਸਕਣ। ਤਾਂ ਸਾਥੀਓ, ਆਪਾਂ ਗੱਲ ਦੀ ਸ਼ੁਰੂਆਤ ਕਰੀਏ ਕਿ ਤੁਸੀਂ ਹਮੇਸ਼ਾ ਵਾਸਤੇ ਇੱਕ ਗੱਲ ਲਈ ਤਤਪਰ ਰਹਿੰਦੇ ਸੀਗੇ, ਰੈਡੀ ਰਹਿੰਦੇ ਸੀਗੇ, ਕਦੋਂ ਸੰਘਰਸ਼ ਕਰੀਏ, ਕਦੋਂ ਸਰਕਾਰ ਦਾ ਟਾਕਰਾ ਕਰੀਏ ਤਾਂ ਆਪਾਂ ਆਪਣੀ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰੀਏ। ਸਭ ਤੋਂ ਪਹਿਲਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਸੰਘਰਸ਼ ਆਪਣੇ ਜਥੇਬੰਦੀ ਵੱਲੋਂ, ਬੇਰੁਜ਼ਗਾਰ ईटी टैट पास ਅਧਿਆਪਕ ਜਥੇਬੰਦੀ ਵੱਲੋਂ ਇੱਕ ਐਸਾ ਇਤਿਹਾਸਕ ਜਿਹੜਾ ਸੰਘਰਸ਼ ਜਿਹੜਾ ਉਹ ਤੁਸੀਂ ਵਿੱਢਿਆ, ਜਿੰਦੇ ਵਿੱਚ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਆਪਣੀਆਂ ਭਰਤੀਆਂ ਜਿਹੜੀਆਂ ਆਪਾਂ ਨੂੰ ਮਿਲੀਆਂ, ਸਭ ਤੋਂ ਪਹਿਲਾਂ ਜਦੋਂ 161 ਸਾਮੀਆਂ ਆਈਆਂ ਸੀ ਆਪਣੀਆਂ ਹੈਂਡੀਕੈਪ ਫਰੀडम ਫਾਈਟਰ ਦੀਆਂ, ਤੁਹਾਨੂੰ ਪਤਾ ਹੀ ਹੈ ਕਿ ਮੋਹਾਲੀ ਆਪਣਾ ਧਰਨਾ ਲੱਗਿਆ ਸੀਗਾ, ਗ੍ਰੈਜੂਏਸ਼ਨ ਬੇਸ ਤੇ ਆਈ ਸੀਗੀ। ਉਸ ਸਮੇਂ ਆਪਾਂ ਲੜਾਈ ਲੜੀ ਹੈ, ਕਿਉਂਕਿ ਜਦੋਂ ਭਰਤੀ ਗ੍ਰੈਜੂਏਸ਼ਨ ਤੇ ਆਈ ਤੇ ਸਭ ਨੂੰ ਇਹ ਸੀਗਾ ਕਿ ਆਉਣ ਵਾਲੀ ਭਰਤੀ ਜਿਹੜੀ ਸੀਗੀ ਉਹ ਵੀ ਗ੍ਰੈਜੂਏਸ਼ਨ ਬੇਸ ਤੇ ਆਊਗੀ। ਸੋ ਇਸ ਭਰਤੀਆਂ ਨੂੰ ਜਿਹੜਾ ਉਹ ਬਚਾਇਆ ਜਾਵੇ, ईटीटी ਦੀ ਹੋਂਦ ਨੂੰ ਜਿਹੜਾ ਉਹ ਬਚਾਇਆ ਜਾਵੇ। ਸੋ ਸਾਥੀਓ, ਅੱਗੇ ਸੰਘਰਸ਼ ਜਿਹੜਾ ਉਹ ਆਪਾਂ ਵਿੱਢਿਆ ਸੰਗਰੂਰ, ਕਾਫੀ ਲੰਮਾ ਸਮਾਂ ਜਿਹੜਾ ਆਪਾਂ ਸੰਗਰੂਰ ਦੇ ਵਿੱਚ ਬਤੀਤ ਕੀਤਾ, ਜਿੱਥੇ ਆਪਾਂ ਲੰਮਾ ਸਫ਼ਰ ਜਿਹੜਾ ਹੈ ਉੱਥੇ ਪ੍ਰੋਟੈਸਟ ਜਿਹੜਾ ਉਹ ਕਰਕੇ ईटीटी ਦੀ ਹੋਂਦ ਨੂੰ ਬਚਾਉਣ ਦੇ ਲਈ, ਤੁਹਾਨੂੰ ਪਤਾ ਹੈ ਕਿ ਆਪਾਂ ਗ੍ਰੈਜੂਏਸ਼ਨ ਤੋਂ ਜਿਹੜੀ ਉਹ +2 ਬੇਸ ਜਿਹੜੀ ਆ ਉਹ ਕਰਵਾਈ ਸੀਗੀ। ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ 2364 ਭਰਤੀ ਜਿਹੜੀ ਆ ਉਹ ਆਪਾਂ ਨੂੰ ਮਿਲੀ ਸੀਗੀ, ਪਰੰਤੂ ਕੁਝ ਗਲਤ ਰੂਲਾਂ ਦੇ ਕਰਕੇ ਸੋ ਸਟੇਟ ਸਰਕਾਰ ਜਿਹੜੀ ਉਹ ਫੈਸਲਾ ਲੈ ਸਕਦੀ ਸੀਗੀ, ਪਰੰਤੂ ਆਪਣੀ ਸਟੇਟ ਗਵਰਨਮੈਂਟ ਨੇ
ਆਪਣਾ ਈਟੀਟੀ ਵਾਲਿਆਂ ਦਾ ਪੱਖ ਨਾ ਰੱਖਦੇ ਹੋਏ ਐਨਸੀਟੀ ਦੇ ਰੂਲਾਂ ਨੂੰ ਲਾਗੂ ਕਰਦੇ ਹੋਏ ਈਟੀਟੀ ਔਰ ਬੀਐਡ ਨੂੰ ਜਿਹੜਾ ਬਰਾਬਰ ਜਿਹੜਾ ਉਹਨਾਂ ਪੋਸਟਾਂ ਦੇ ਵਿੱਚ ਵਿਚਾਰਿਆ ਗਿਆ। ਸੋ ਉਸ ਤੋਂ ਬਾਅਦ ਸਾਥੀਓ ਆਪਣੀ ਲੜਾਈ ਇਸ ਤਰ੍ਹਾਂ ਦੀ ਵਿੱਢੀ ਗਈ ਕਿ ਆਪਣੀ ਈਟੀਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਆਪਾਂ ਜਿਹੜਾ ਹੈ ਅੱਜ ਤੱਕ ਜਿਹੜਾ ਉਹ ਆਪਾਂ ਸੰਘਰਸ਼ ਕਰ ਰਹੇ ਹਾਂ। ਸੋ ਤੁਹਾਨੂੰ ਪਤਾ ਹੀ ਹੈ ਸਾਥੀਓ, ਰਾਜਸਥਾਨ ਹਾਈ ਕੋਰਟ, ਜੋਧਪੁਰ ਹਾਈ ਕੋਰਟ ਦੇ ਵਿੱਚ ਜੋ ਐਨਸੀਟੀ ਦੇ ਰੂਲਾਂ ਨੂੰ ਬਿਲਕੁਲ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਸੀਗਾ। ਤਾਂ ਉਸ ਤੋਂ ਬਾਅਦ ਬੀਐਡ ਵਾਲੇ ਰਾਜਸਥਾਨ ਵਾਲੇ ਜਿਹੜੇ ਸੀਗੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਉਹ ਪਾਈ ਸੀਗੀ। ਤਾਂ ਉਸ ਦੀ ਸੁਣਵਾਈ ਜਿਹੜੀ ਹੈ, ਫਾਈਨਲ ਸੁਣਵਾਈ ਜਿਹੜੀ ਹੈ ਉਹ 19 ਜੁਲਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਹੋ ਰਹੀ ਹੈ। ਈਟੀਟੀ ਦੀ ਹੋਂਦ ਨੂੰ ਜਿਹੜਾ ਹੈ ਅੱਜ ਵੀ ਜਿਹੜਾ ਹੈ ਉਹ ਬਚਾਉਣ ਦੇ ਲਈ, ਚਾਹੇ ਉਹ ਰਾਜਸਥਾਨ ਵਾਲੇ ਸਾਥੀ ਜਿਹੜੇ ਬੀਐਸਟੀਸੀ ਵਾਲੇ ਆ, ਚਾਹੇ ਉਹ ਪੰਜਾਬ ਤੋਂ ਈਟੀਟੀ ਵਾਲੇ ਆ, ਚਾਹੇ ਉਹ ਹਿਮਾਚਲ ਵਾਲੇ ਸਾਥੀ ਹੈ, ਚਾਹੇ ਉਹ ਹਰਿਆਣੇ ਵਾਲੇ ਸਾਥੀ ਹੈ, ਚਾਹੇ ਬਿਹਾਰ ਵਾਲੇ ਆ, ਸਾਰੇ ਈਟੀਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਅਜੇ ਤੱਕ ਜਿਹੜਾ ਉਹ ਸੰਘਰਸ਼ ਜਿਹੜਾ ਉਹ ਲੜ ਰਹੇ ਨੇ। ਤਾਂ ਸਾਥੀਓ, ਲੜਾਈ ਸੀਗੀ ਈਟੀਟੀ ਦੀ ਹੋਂਦ ਨੂੰ ਬਚਾਉਣ ਦੀ। 2364 ਪੋਸਟ ਆਈ, ਬਹੁਤ ਸਾਰੀਆਂ ਸੋਧਾਂ ਕਰਕੇ ਸਰਕਾਰ ਨੇ ਜਿਹੜਾ ਬਹੁਤ ਗਲਤ ਸਾਰੇ ਫੈਸਲੇ ਲੈ ਕੇ ਜਿਹੜੇ ਉਹ ਭਰਤੀ ਸਾਡੀ ਜਿਹੜੀ ਹੈ ਉਹ ਕੋਰਟ ਦੇ ਵਿੱਚ ਚਲੀ ਗਈ, ਜੋ ਅੱਜ ਸਟਕ ਡਾਊਨ ਹੈ। ਪਰੰਤੂ ਉਸ ਨੂੰ ਬਹਾਲ ਕਰਾਉਣ ਦੇ ਲਈ ਸਾਥੀਓ ਜਥੇਬੰਦੀ ਦੇ ਵੱਲੋਂ ਪੂਰਨ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਇੱਥੇ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਕੁਝ ਸਾਥੀ ਕਹਿ ਰਹੇ ਨੇ ਕਿ ਜਥੇਬੰਦੀ ਜਿਹੜੀ ਈਟੀਟੀ ਦੀ ਹੈ ਉਹ ਬਿਲਕੁਲ ਵੀ ਜਿਹੜਾ ਹੈ 2364 ਦਾ ਹੱਲ ਨਹੀਂ ਕਰਵਾ ਰਹੀ, ਜਾਂ ਉਸ ਵੱਲ ਕੋਈ ਸਟੈਪ ਜਿਹੜਾ ਹੈ ਉਹ ਨਹੀਂ ਪੱਟ ਰਹੀ। ਤਾਂ ਸਾਥੀਓ, ਜਿੰਨਾ ਵੀ ਕੇਡਰ ਜਿਹੜਾ ਲਾਈਵ ਸੁਣ ਰਿਹਾ ਹੈ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਦਵਾ ਦਿਆਂ ਕਿ ਪ੍ਰਦੀਪ ਗੁਪਤਾ ਜੀ ਐਡਵੋਕੇਟ ਜਿਹੜੇ ਹੈਗੇ ਆ, ਸੀਨੀਅਰ ਐਡਵੋਕੇਟ ਨੇ, ਉਹ ਈਟੀਟੀ ਯੂਨੀਅਨ ਦੇ ਵੱਲੋਂ ਜਿਹੜਾ ਹੈ ਉਹ ਕਰੇ ਹੋਏ ਨੇ 2364 ਪੋਸਟ ਨੂੰ ਬਹਾਲ ਕਰਾਉਣ ਦੇ ਲਈ। ਈਟੀਟੀ ਯੂਨੀਅਨ ਨਾ ਹੀ ਪਿੱਛੇ ਹਟੀ ਸੀ, ਨਾ ਹੀ ਉਹ ਹਟੇਗੀ, ਕਿਉਂਕਿ ਕਈਆਂ ਦੇ ਮਨ ਦੇ ਵਿੱਚ ਇਹ ਸ਼ਿਕਵਾ ਕਿ 2364 ਦਾ ਈਟੀਟੀ ਯੂਨੀਅਨ ਨਾਮ ਨਹੀਂ ਲੈਂਦੀ, ਉਹ ਹੋਰ ਪਾਸੇ ਚੱਲ ਰਹੀ ਹੈ, ਉਹ ਕੰਮ ਭਰਤੀਆਂ ਨੂੰ ਦੂਸਰੀਆਂ ਨੂੰ ਕੰਪਲੀਟ ਕਰਾਉਣਾ ਚਾਹੁੰਦੀ ਹੈ। ਤਾਂ ਮੈਂ ਉਹਨਾਂ ਸਾਥੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਵੀ ਅਸੀਂ ਭਰਤੀ ਜਿਹੜੀ ਹੈ 2364 ਹੈ ਉਸ ਨੂੰ ਬਹਾਲ ਕਰਵਾਵਾਂਗੇ। ਜੋ ਭਰਤੀ ਅਸੀਂ ਸੰਗਰੂਰ ਦੇ ਵਿੱਚ ਡਾਂਗਾ ਖਾ ਕੇ, ਸਾਡੀਆਂ ਭੈਣਾਂ ਸਾਡੇ ਵੀਰ ਟੈਂਕੀਆਂ ਦੇ ਉੱਪਰ ਬੈਠ ਕੇ, ਸਾਡੇ ਸਾਥੀਆਂ ਨੇ ਮਰਨ ਵਰਤ ਤੇ ਬੈਠ ਕੇ ਉਹ ਕਢਵਾਈਆਂ, ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ, ਤਾਂ ਅਸੀਂ ਉਹ ਭਰਤੀ ਜਾਇਆ ਨਹੀਂ ਜਾਣ ਦਿਆਂਗੇ। ਇਹ ਉਹ ਸਾਥੀ ਆਦੇ ਮਨ ਦੇ ਵਿੱਚ ਸ਼ੱਕ ਕੱਢ ਦੇਣ ਕਿ ਜਥੇਬੰਦੀ ਜਿਹੜੀ ਹੈ ਉਹ 2364 ਨੂੰ ਭੁੱਲ ਗਈ ਹੈ। ਅਸੀਂ ਸ਼ੁਰੂਆਤ ਤੋਂ ਹੀ ਲੜਿਆ ਈਟੀਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਅਤੇ ਆਦੀ 2364 ਭਰਤੀ ਨੂੰ ਬਚਾਉਣ ਦੇ ਲਈ, ਤੇ ਅੱਜ ਵੀ ਖੜੇ ਆ ਜਿਹੜੀ ਅਸੀਂ ਈਟੀਟੀ ਨੂੰ ਭਰਤੀ ਨੂੰ ਜਿਹੜਾ ਉਹ ਬਹਾਲ ਕਰਵਾਵਾਂਗੇ। ਇਹ ਸਾਡੇ ਵੱਲੋਂ, ਯੂਨੀਅਨ ਵੱਲੋਂ ਹਰ ਪੱਖ ਤੋਂ ਜਿਹੜਾ ਹੈ ਉਹ 2364 ਦਾ ਜਿਹੜਾ ਹੈ ਉਹ ਅਸੀਂ ਹੱਲ ਹਰ ਹਾਲਤ ਵਿੱਚ ਜਿਹੜਾ ਉਹ ਕਰਵਾਵਾਂਗੇ। ਸਾਡੀ ਕੋਸ਼ਿਸ਼ ਹੈ, ਕਿਉਂਕਿ ਜੋ ਕੋਰਟ ਦੇ ਵਿੱਚ ਫੈਸਲਾ ਹੈ ਉਹ ਜੱਜ ਸਾਹਿਬ ਨੇ ਦੇਣਾ, ਜੋ ਅਸੀਂ ਰਿਵਿਊ ਲਾਈ ਹੋਈ ਹੈ, ਜੋ ਅਸੀਂ ਆਪਦੇ ਵੱਲੋਂ ਕੋਰਟ ਦੇ ਵਿੱਚ ਪ੍ਰੇਅਰ ਕਰੀ ਹੋਈ ਹੈ, ਉਸ ਤੇ ਫੈਸਲਾ ਜੱਜ ਸਾਹਿਬ ਨੇ ਦੇਣਾ ਹੈ। ਤਾਂ ਸਾਥੀਓ, ਉਸ ਤੋਂ ਬਾਅਦ ਆਪਾਂ ਗੱਲ ਕਰੀਏ 6635 ਦੇ ਵਿੱਚ ਸਾਥੀਓ ਬਹੁਤ ਸਾਰੇ ਆਪਣੇ ਕੈਂਡੀਡੇਟ ਜਿਹੜੇ ਹੈ ਉਹ ਜੁਆਇਨ ਕਰ ਚੁੱਕੇ ਆ ਸਕੂਲਾਂ ਦੇ ਵਿੱਚ,
ਔਰ ਸਭ ਤੋਂ ਗੰਭੀਰ ਜਿਹੜੀ ਹੈ ਸਮੱਸਿਆ ਜਿਹੜੀ ਬਣੀ ਹੋਈ ਹੈ, ਕਿਉਂਕਿ ਬਹੁਤ ਸਾਰੇ ਸਾਥੀਆਂ ਦੇ ਵੱਲੋਂ ਇਹ WhatsApp ਤੇ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਮੈਸੇਜ ਜਿਹੜੇ ਆ ਉਹ ਪਾਏ ਜਾਂਦੇ ਆ ਕਿ ਯੂਨੀਅਨ ਜਿਹੜੀ ਹੈ ਉਹ 6635 ਜਿਨ੍ਹਾਂ ਨੂੰ ਆਫਰ ਲੈਟਰ ਮਿਲਿਆ ਹੈ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਜਨਤਕ ਨਹੀਂ ਕਰਾਉਣਾ ਚਾਹੁੰਦੀ। ਤਾਂ ਮੈਂ ਇੱਥੇ ਇੱਕ ਸਪਸ਼ਟ ਕਰ ਦਿਆਂ, ਚਾਹੇ ਤੁਸੀਂ ਡਿਪਾਰਟਮੈਂਟ ਵਿੱਚ ਜਾ ਕੇ ਮੀਟਿੰਗਾਂ ਕਰੋ, ਤੁਸੀਂ ਪੁੱਛ ਸਕਦੇ ਹੋ ਕਿ ਜਥੇਬੰਦੀ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਜਾਂ ਨਹੀਂ ਰੱਖੀ ਜਾਂਦੀ। ਇੱਥੋਂ ਤੱਕ ਕਿ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਜਿਹੜੀਆਂ ਨੇ ਉੱਥੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਇਹ ਸਪੈਸ਼ਲੀ ਤੌਰ ਤੇ ਮੰਗ ਰੱਖੀ ਹੋਈ ਹੈ ਕਿ 6635 ਦੀਆਂ ਲਿਸਟਾਂ ਜਿਹੜੀਆਂ ਉਹਨਾਂ ਨੂੰ ਜਨਤਕ ਕੀਤਾ ਜਾਵੇ, ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡੀ 6635 ਦੇ ਵਿੱਚ ਕਿੰਨੇ ਕੈਂਡੀਡੇਟ ਅਲੱਗ-ਅਲੱਗ ਕੈਟਾਗਰੀ ਵਾਈਜ਼ ਕਿੰਨੇ ਲੱਗ ਚੁੱਕੇ ਨੇ ਔਰ ਕਿੰਨੇ ਸਾਡੇ ਸਾਥੀ, ਕਿੰਨੀਆਂ ਸਾਡੀਆਂ ਪੋਸਟਾਂ ਜਿਹੜੀਆਂ ਬਾਕੀ ਬਚਦੀਆਂ ਨੇ ਤੇ ਕਿੱਥੋਂ ਤੱਕ ਸਾਡੀ ਮੈਰਿਟ ਜਿਹੜੀ ਹੈ ਉਹ ਆ ਸਕਦੀ ਹੈ। ਤਾਂ ਸਾਥੀਓ, ਬਹੁਤ ਜਲਦ 1-2 ਦਿਨਾਂ ਦੇ ਵਿੱਚ ਹੀ ਆਪਣੀਆਂ 6635 ਦੀਆਂ ਲਿਸਟਾਂ ਜਿਹੜੀਆਂ ਹੈਗੀਆਂ ਨੇ ਉਹ ਜਨਤਕ ਹੋਣਗੀਆਂ। ਇੱਕ ਲਿਸਟ, ਇੱਕ ਕੈਂਡੀਡੇਟ ਦਾ ਨੇਮ ਜਿਹੜਾ ਹੈ ਉਹ ਜਨਤਕ ਹੋਊਗਾ, ਕਿਉਂਕਿ ਅਸੀਂ ਪਾਰਦਰਸ਼ੀ ਭਰਤੀ ਜਿਹੜੀ ਹੈ ਪਹਿਲਾਂ ਹੀ ਡਿਪਾਰਟਮੈਂਟ ਦੇ ਵਿੱਚ ਮੰਤਰੀ ਸਾਹਿਬ ਦੇ ਨਾਲ ਵੀ ਗੱਲ ਜੋ ਹੋਈਆਂ ਕਿ ਅਸੀਂ ਪਾਰਦਰਸ਼ੀ ਜਿਹੜੀ ਭਰਤੀ ਹੈ ਉਹ ਅਸੀਂ ਕਰਾਉਣੀ ਹੈ, ਕਿਉਂਕਿ 6635 6635 ਸਾਡੇ 6635 ਦੇ 35 ਜਿਹੜੇ ਹੈ ਉਹ ਕੈਂਡੀਡੇਟ ਜਿਹੜੇ ਆ ਉਹ ਭਰਤੀ ਹੋਣੇ ਚਾਹੀਦੇ ਹੈ। ਸੋ ਸਾਥੀਓ, ਵਿਸ਼ਵਾਸ ਕਰੋ, ਭਰਤੀ ਵੀ ਜਿਹੜੀ ਹੈ ਉਹ ਕੰਪਲੀਟ ਹੋਏਗੀ। ਸੋ ਬਹੁਤ ਸਾਰੇ ਸਾਥੀ ਵਿਦ ਹੈਲਡ ਵਾਲੇ ਫੋਨ ਕਰਦੇ ਆ ਔਰ ਬਹੁਤ ਸਾਰੇ ਸਾਥੀ ਸੈਕਿੰਡ ਲਿਸਟਾਂ ਬਾਰੇ ਫੋਨ ਕਰਦੇ ਆ ਕਿ ਕਦੋਂ ਤੱਕ ਸੈਕਿੰਡ ਲਿਸਟਾਂ ਜਿਹੜੀਆਂ ਨੇ ਉਹ ਪੈਣਗੀਆਂ। ਤਾਂ ਸਭ ਤੋਂ ਪਹਿਲਾਂ ਮੈਂ ਸਾਥੀਆਂ ਨੂੰ ਦੱਸ ਦਿਆਂ ਕਿ ਵਿਦ ਹੈਲਡ ਜਿਹੜੀ ਹੈ ਉਹਨਾਂ ਦੀ ਲਿਸਟ ਵੀ ਜਿਹੜੀ ਹੈ ਉਹ ਜਲਦੀ ਪਊਗੀ ਔਰ ਉਸ ਤੋਂ ਬਾਅਦ ਜਿਹੜੀ ਹੈ ਉਹ ਸੈਕਿੰਡ ਲਿਸਟ ਜਿਹੜੀ ਉਹ ਆਊਗੀ, ਕਿਉਂਕਿ ਪਹਿਲੀ ਲਿਸਟ ਦੇ ਵਿੱਚ ਜਿਹੜੇ ਵਿਦ ਹੈਲਡ ਰੱਖੇ ਹੋਏ ਆ ਉਹਨਾਂ ਨੂੰ ਜਿਹੜਾ ਕੈਂਡੀਡੇਟ ਐਲੀਜੀਬਲ ਹੋਏਗਾ ਉਹੀ ਸਿਲੈਕਟ ਜਿਹੜਾ ਹੋਊਗਾ ਔਰ ਪੋਰਟਲ ਦੇ ਉੱਪਰ ਜਿਹੜਾ ਉਹ ਸ਼ੋਅ ਕਰੂਗਾ। ਤਾਂ ਸਾਥੀਓ, ਹਰੇਕ ਮੁੱਦੇ ਤੇ ਜਿਹੜੀ ਉਹ ਗੱਲਬਾਤ ਜਿਹੜੀ ਆ ਉਹ ਰੱਖੀ ਜਾਂਦੀ ਹੈ। ਸੋ ਅੱਜ ਵੀ ਇੱਕ ਮੈਂ ਆਡੀਓ ਸੁਣ ਰਿਹਾ ਸੀਗਾ ਤਾਂ ਬੜੀ ਹੈਰਾਨੀ ਹੋਈ ਕਿ ਅੱਜ ਕੁਝ ਸਾਥੀਆਂ ਨੂੰ ਇੰਜ ਮਹਿਸੂਸ ਹੋਣ ਲੱਗਿਆ ਕਿ ਜਥੇਬੰਦੀ ਸਾਡੇ ਤੋਂ ਬਹੁਤ ਸਾਰਾ ਉੱਲਾ ਰੱਖਦੀ ਹੈ। ਤਾਂ ਮੈਂ ਉਹਨਾਂ ਸਾਥੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਤੋਂ 5 ਸਾਲ ਪਹਿਲਾਂ ਅਸੀਂ ਲੜ ਰਹੇ ਸੀਗੇ, ਮੀਟਿੰਗਾਂ ਵੀ ਕਰ ਰਹੇ ਸੀਗੇ, ਭਰਤੀ ਕਢਾਉਣ ਵਾਲੀ ਵੀ ਇਹੋ ਹੀ ਜਥੇਬੰਦੀ ਸੀ। ਉਦੋਂ ਵਿਸ਼ਵਾਸ ਸੀ। ਅੱਜ ਕੀ ਗੱਲ, ਅੱਜ ਅਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਜਾ ਰਹੇ ਹਾਂ ਕਿ ਅਸੀਂ ETT ਟੀਚਰ ਲੱਗਣਾ ਹੈ। ਕੋਈ ਇਹ ਤਾਂ ਨਹੀਂ ਗਿਆ ਵੀ ਅਸੀਂ ਤੁਹਾਡੇ ਤੋਂ ਅਲੱਗ ਪੋਸਟ ਕੋਈ DGSE ਦੀ ਲੈ ਰਹੇ ਹਾਂ ਜਾਂ DPI ਦੀ ਪੋਸਟ ਅਸੀਂ ਲੈ ਰਹੇ ਹਾਂ, ਜਾਂ ਕੋਈ ਕੈਂਡੀਡੇਟ ਘੱਟ ਰੱਖਿਆ ਜਾ ਰਿਹਾ ਹੈ ਜਾਂ ਕੋਈ ਕਿਸੇ ਨਾਲ ਕੋਈ ਧੱਕੇਸ਼ਾਹੀ ਹੋ ਰਹੀ ਹੈ। ਮੈਂ ਇੱਥੇ ਗੱਲ ਸ਼ੇਅਰ ਕਰਦੇ ਹਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਕਿ ETT ਦੀ ਭਰਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਓਹਲਾ ਜਾਂ ਪਰਦਾ ਨਹੀਂ ਰੱਖਿਆ ਜਾਊਗਾ। ਪਾਰਦਰਸ਼ੀ ਜਿਹੜੀ ਉਹ ਭਰਤੀ ਹੋਊਗੀ ਅਤੇ ਜੋ ਕਹਿੰਦੇ ਆ ਕਿ ਅਸੀਂ ਅਲੱਗ ਤੌਰ ਤੇ ਜਿਹੜਾ ਉਹ ਲੜਨਾ ਚਾਹੁੰਦੇ ਆ, ਸਾਨੂੰ ਜਥੇਬੰਦੀ ਜੋ ਮੀਟਿੰਗਾਂ ਕਰਕੇ ਆਉਂਦੀ ਹੈ ਸਾਨੂੰ ਸਹੀ ਤਰੀਕੇ ਨਾਲ ਨਹੀਂ ਦੱਸਦੀ, ਸਾਡੇ ਤੱਕ ਮੈਸੇਜ ਹੀ ਨਹੀਂ ਪਹੁੰਚਦਾ। ਤਾਂ ਦੇਖੋ, ਅੱਗੇ ਵੀ ਅਸੀਂ ਤੁਹਾਡੇ ਨਾਲ ਲਾਈਵ ਹੋ ਕੇ ਮੈਸੇਜ ਤੁਹਾਡੇ ਤੱਕ ਜਿਹੜਾ ਉਹ ਪਹੁੰਚਾਉਂਦੇ ਰਹੇ ਹਾਂ। ਚਾਹੇ ਦੇਖੋ, ਭਰਤੀਆਂ ਨੇ, ਡਿਪਾਰਟਮੈਂਟ ਭਰਤੀਆਂ ਕਰ ਰਿਹਾ ਹੈ, ਸਰਕਾਰ ਉਸ ਦੀ ਜ਼ਿੰਮੇਵਾਰ ਹੈ। ਜਦੋਂ ਕੋਈ ਵੀ ਇਸ ਤਰ੍ਹਾਂ ਦਾ ਮੈਸੇਜ ਲੱਗਦਾ ਹੈ ਤਾਂ ਅਸੀਂ ਤੁਹਾਡੇ ਤੱਕ ਜਿਹੜਾ ਉਹ ਪਹੁੰਚਾਉਂਦੇ ਹਾਂ। ਜੋ ਵੀ ਮੁਸ਼ਕਲ ਆਉਂਦੀ ਹੈ ਤੁਹਾਡੇ ਤੱਕ ਖੜੇ ਹਾਂ ਤੁਹਾਡੇ ਨਾਲ। 6635 ਦੇ ਵਿੱਚ ਬਹੁਤ ਸਾਰੀ ਜਿਹੜੀ ਹੈ
ਉਹ ਸਾਨੂੰ ਮੁਸ਼ਕਲ ਆ ਰਹੀ ਸੀ ਕਿ ਜਿਹੜੇ ਸਾਥੀ ਆਫਰ ਲੈਟਰ ਮਿਲ ਗਏ ਸੀਗੇ ਉਹਨਾਂ ਦਾ ਮੈਡੀਕਲ ਨਹੀਂ ਹੋ ਰਿਹਾ ਸੀਗਾ। ਤਾਂ ਸਾਡੇ ਵੱਲੋਂ ਬਹੁਤ ਸਾਰੀ ਕੋਸ਼ਿਸ਼ ਕਰੀ ਗਈ ਕਿ ਵਿਦਆਊਟ ਮੈਡੀਕਲ ਇੱਕ ਵਾਰੀ ਜਿਹੜੀ ਹੈ ਜੁਆਇਨ ਕਰਵਾਇਆ ਜਾਵੇ, ਉਸ ਤੋਂ ਬਾਅਦ ਜਿਹੜਾ ਹੈ ਉਹ ਸਾਡਾ ਮੈਡੀਕਲ ਜਿਹੜਾ ਹੈ ਉਹ ਅਸੀਂ ਜਿਹੜਾ ਜ਼ਰੂਰ ਕਰਵਾ ਕੇ ਦੇਵਾਂਗੇ। ਤਾਂ ਸਾਥੀਓ ਦੇਖੋ ਆਪਣੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਹਰਾਸਮੈਂਟ ਹੋ ਰਹੇ ਸੀਗੇ, ਸਾਡੀਆਂ ਲੜਕੀਆਂ ਸਾਡੇ ਵੀਰ ਜਿਹੜੇ ਹਸਪੀਟਲ ਦੇ ਵਿੱਚ, ਤਾਂ ਬਹੁਤ ਸਾਰੇ ਸਾਥੀਆਂ ਨੂੰ ਜਿਹੜਾ ਉਹ ਟਾਈਮ ਮਿਲਿਆ ਇੱਕ ਵਾਰੀ ਜੁਆਇਨ ਕਰਨ ਤੋਂ ਬਾਅਦ ਜਿਹੜੇ ਉਹ ਮੈਡੀਕਲ ਜਿਹੜਾ ਹੈ ਉਹ ਆਪਦਾ ਕਰਵਾ ਕੇ ਜਿਹੜਾ ਉਹ ਦੇ ਰਹੇ ਨੇ। ਤਾਂ ਵਿਦ ਹੈਲਥ ਦੀ ਆਪਾਂ ਗੱਲ ਕਰ ਰਹੇ ਸੀਗੇ, ਜਿਹੜਾ ਸਾਥੀ ਪੂਰੇ ਡਾਕੂਮੈਂਟ ਜੋ ਉਹਨਾਂ ਤੇ ਆਬਜੈਕਸ਼ਨ ਸੀਗਾ ਉਹਨਾਂ ਨੇ ਆਪਦਾ ਆਬਜੈਕਸ਼ਨ ਜਿਹੜਾ ਕਲੀਅਰ ਕਰਿਆ ਹੋਇਆ ਹੈ, ਤਾਂ ਉਹਨਾਂ ਦਾ ਨਾਮ ਹੀ ਜਿਹੜਾ ਉਹ ਲਿਸਟਾਂ ਦੇ ਵਿੱਚ ਆਊਗਾ। ਉਹ ਸਿਲੈਕਟ ਕੈਂਡੀਡੇਟ ਜਿਹੜੇ ਉਹ ਪਾਏ ਜਾਣਗੇ। ਉਸ ਤੋਂ ਬਾਅਦ ਸੈਂਕੜ ਲਿਸਟਾਂ ਜਿਹੜੀਆਂ 6635 ਦੇ ਜਿਹੜੀਆਂ ਉਹ ਆਉਣਗੀਆਂ। ਤਾਂ ਇਸ ਤੋਂ ਅੱਗੇ ਗੱਲ ਕਰੀਏ ਸਾਥੀਓ 5994। ਅੱਜ ਇੱਕ ਹਾਸੋ ਵੀ ਨਹੀਂ ਗੱਲ ਸੁਣਨ ਨੂੰ ਮਿਲੀ ਕਿ 2364 ਪੋਸਟਾਂ ਵਾਲੇ ਕੁਝ ਸਾਥੀ ਇਹ ਕਹਿ ਰਹੇ ਆ ਕਿ ਅਸੀਂ 5994 ਦਾ ਪੋਰਟਲ ਜਿਹੜਾ ਹੈ ਓਪਨ ਨਹੀਂ ਹੋਣ ਦੇਣਾ, ਅਤੇ ਜਿਹੜੇ ਬੇਰੁਜ਼ਗਾਰ ਹੈਗੇ ਆ ਜਿਨ੍ਹਾਂ ਦਾ 2364 ਦੇ ਵਿੱਚ ਵੀ ਨਾਮ ਨਹੀਂ ਸੀਗਾ, ਉਹ ਕਹਿ ਰਹੇ ਆ ਕਿ ਅਸੀਂ 5994 ਦਾ ਪੋਰਟਲ ਓਪਨ ਕਰਵਾਉਣਾ ਹੈ। ਸੋ ਮੈਂ ਇੱਥੇ ਸਾਥੀਓ ਤੁਹਾਨੂੰ ਗੱਲ ਦੱਸ ਦਿਆਂ, 2300 ਭਰਤੀ ਅਲੱਗ ਹੈ, 5994 ਜਿਹੜੀ ਹੈ ਉਹ ਅਲੱਗ ਹੈ। ਸੋ ਦੋਨਾਂ ਭਰਤੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਇੱਕ ਭਰਤੀ ਵੀ ਜਿਹੜੀ ਆ ਉਹ ਰੁਕਾਵਟ ਨਹੀਂ ਬਣਦੀ। ਆਪਦੇ ਮਨ ਦੇ ਵਿੱਚੋਂ ਕੋਈ ਸ਼ੱਕ ਕੱਢ ਦਿਓ। 2364 ਪੋਸਟ ਜਿਹੜੀ ਹੈਗੀ ਹੈ ਕੋਰਟ ਦੇ ਵਿੱਚ ਹੈ। ਜਦੋਂ ਹੀ ਬਹਾਲ ਹੋਊਗੀ 1-2 ਤਰੀਕਾਂ ਦੇ ਵਿੱਚ ਜਿਹੜੇ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਜੁਆਇਨਿੰਗ ਲੈਟਰ ਜਿਹੜੇ ਉਹ ਮਿਲ ਜਾਣਗੇ। 5994 ਦਾ ਅਸੀਂ ਪੋਰਟਲ ਖੁਲਵਾਉਣਾ ਹੈ, ਕਿਉਂਕਿ ਉਸ ਤੋਂ ਬਾਅਦ ਅਪਲਾਈ ਹੋਊਗਾ, ਟੈਸਟ ਹੋਊਗਾ, ਉਸ ਤੋਂ ਬਾਅਦ ਜਿਹੜਾ ਉਹਦਾ ਪ੍ਰੋਸੈਸ ਜਿਹੜਾ ਅੱਗੇ ਚੱਲੂਗਾ। ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੱਕ ਦੂਸਰੇ ਨੂੰ ਗਲਤ ਇਨਫੋਰਮੇਸ਼ਨ ਦੇ ਕੇ, ਗਲਤ ਗਾਈਡ ਕਰਕੇ ਭਟਕਾਉਣ ਦੀ ਜਿਹੜੀ ਆ ਕੋਸ਼ਿਸ਼ ਨਾ ਕਰੋ, ਕਿਉਂਕਿ ਬਹੁਤ ਸਾਰਾ ਕੇਡਰ ਜਿਹੜਾ ਉਹ ਡੀਮੋਟੀਵੇਟ ਹੋ ਰਿਹਾ ਹੈ ਕਿ ਜੇਕਰ 2364 ਭਰਤੀ ਅਸੀਂ ਅਲੱਗ ਹੋ ਕੇ ਕਰਵਾਈ ਤਾਂ ਅਸੀਂ ਭਰਤੀ ਸਾਡੀ ਜਿਹੜੀ ਉਹ ਬਹਾਲ ਹੋ ਸਕਦੀ ਹੈ। ਤਾਂ ਮੈਂ ਕਿਸੇ ਨੂੰ ਕੋਈ ਰੋਕਦਾ ਨਹੀਂਗਾ, ਮੈਨੂੰ ਕਿਸੇ ਤੇ ਕੋਈ ਸ਼ਿਕਵਾ ਨਹੀਂਗਾ, ਪਰ ਇਹ ਗੱਲ ਜ਼ਰੂਰ ਹੈ ਕਿ ਜਿੱਥੇ ਆਪਣਾ ਇੱਕ ਗਰੁੱਪ ਬਣ ਕੇ ਸਰਕਾਰ ਦਾ ਜਿਹੜਾ ਟਾਕਰਾ ਪਹਿਲਾਂ ਤਰ੍ਹਾਂ ਕਰ ਰਹੀ ਹੈ, ਆਪਣੀ ਯੂਨੀਅਨ ਉਸੇ ਤਰੀਕੇ ਨਾਲ ਜੇਕਰ ਲੜਿਆ ਜਾਵੇਗਾ ਤਾਂ ਸਰਕਾਰ ਦੇ ਉੱਪਰ ਜਿਹੜਾ ਹੈ ਡਬਲ ਪ੍ਰੈਸ਼ਰ ਜਿਹੜਾ ਉਹ ਬਣੂਗਾ। ਇਸ ਕਰਕੇ ਸਾਥੀਓ 5994 ਦਾ ਪੋਰਟਲ ਵੀ ਅਸੀਂ ਓਪਨ ਕਰਾਉਣਾ ਹੈ, ਔਰ ਓਵਰਏਜ ਦਾ ਮਸਲਾ ਜਿਹੜਾ ਹੈ ਉਹ ਵੀ ਅਸੀਂ ਹੱਲ ਕਰਾਉਣਾ ਹੈ। ਮੇਰੀ ਸਾਰੇ ਸਾਥੀਆਂ ਦੇ ਅੱਗੇ ਬੇਨਤੀ ਹੈ, ਅਪੀਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਸਾਥੀ ਇਕਜੁੱਟਤਾ ਹੋ ਕੇ 5 ਸਾਲਾਂ ਤੋਂ ਲੜ ਰਹੇ ਹੋ, ਤਾਂ ਹੁਣ ਵੀ ਇਕਜੁੱਟ ਹੋ ਕੇ, ਚਾਹੇ ਉਹ 2364 ਵਾਲੇ ਸਾਥੀ ਹੈਗੇ ਆ, ਚਾਹੇ ਉਹ 6635 ਦੇ ਵਿੱਚ ਸਿਲੈਕਟ ਹੋਏ ਆ, ਚਾਹੇ ਜੋ ਵੇਟਿੰਗ ਦੇ ਵਿੱਚ ਬੈਠੇ ਆ, ਚਾਹੇ 5994 ਦੇ ਪੋਰਟਲ ਖੁਲਵਾਉਣਾ ਚਾਹੁੰਦੇ ਆ, ਚਾਹੇ ਕੋਈ ਓਵਰਏਜ ਵਾਲੇ ਹੈਗੇ ਆ, ਸਾਥੀਓ ਇਕੱਠੇ ਹੋ ਜਾਓ, ਇੱਕ ਹਮਲਾ ਮਾਰਾਂਗੇ ਜਿੰਦੇ ਵਿੱਚ ਸਰਕਾਰ ਨੂੰ ਯਾਦ ਕਰਵਾ ਦੇਵਾਂਗੇ ਕਿ ਅਸੀਂ ਆਦੀਆਂ ਤਿੰਨੀਆਂ ਭਰਤੀਆਂ ਜਿਹੜੀਆਂ ਨੇ ਉਹ ਕੰਪਲੀਟ ਕਰਾਉਣੀਆਂ ਨੇ, ਓਵਰਏਜ ਦਾ ਮਸਲਾ ਅਸੀਂ ਜਿਹੜਾ ਉਹ ਹੱਲ ਕਰਾਉਣਾ ਹੈ। ਇਸ ਲਈ ਸਾਥੀਓ ਆਪਾਂ 17 ਤਰੀਕ ਦਾ ਜਿਹੜਾ ਸੰਗਰੂਰ ਦੇ ਵਿੱਚ ਐਕਸ਼ਨ ਨੂੰ ਲਿਖਿਆ ਹੈ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ, ਤਿੰਨੋਂ ਭਰਤੀਆਂ ਨੂੰ ਕੰਪਲੀਟ ਕਰਾਉਣਾ ਔਰ ਓਵਰਏਜ ਦਾ ਮਸਲੇ ਨੂੰ ਹੱਲ ਕਰਾਉਣਾ ਇਹ ਹੁਣ ਤੁਹਾਡੇ ਵੱਸ ਹੈ। ਇਹ ਨਾ ਸਮਝਿਓ ਕਿ ਆਪਾਂ ਅਲੱਗ-ਅਲੱਗ ਹੋ ਕੇ ਲੜ ਲਾਂਗੇ ਤਾਂ ਆਪਾਂ ਨੂੰ ਉਸ ਦਾ ਬੈਨੀਫਿਟ ਮਿਲੂਗਾ। ਹਾਂ, ਮੀਟਿੰਗਾਂ ਦਾ ਬਹੁਤ ਸਾਰਾ ਸ਼ੌਂਕ ਹੈ ਆਪਣੇ ਸਾਥੀਆਂ ਨੂੰ ਕਿ ਅਸੀਂ ਮੀਟਿੰਗਾਂ ਜਾ ਕੇ ਕਰਨੀਆਂ ਨੇ, ਸਾਨੂੰ ਯੂਨੀਅਨ ਨਹੀਂ ਦੱਸਦੀ, ਯੂਨੀਅਨ
ਸਾਨੂੰ ਸਹੀ ਤਰੀਕੇ ਨਾਲ ਦੱਸ ਨਹੀਂ ਰਹੀ। ਸੋ ਬਹੁਤ ਸਾਰੇ ਸਾਥੀਆਂ ਨੂੰ ਸ਼ੌਂਕ ਜਿਹੜਾ ਹੈ ਉਹ ਮੀਟਿੰਗਾਂ ਦਾ ਜਿਹੜਾ ਉਹ ਜਾਗ ਚੁੱਕਿਆ ਹੈ। ਸੋ ਉਹਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਭਾਈ ਪ੍ਰੋਟੈਸਟ ਦੇ ਵਿੱਚ ਪਹੁੰਚੋ। 2364 ਜਿੰਨੇ ਵੀ ਸਿਲੈਕਟ ਸਾਥੀ ਸੀਗੇ, ਪਿਛਲਾ ਜਿਹੜਾ ਪ੍ਰੋਟੈਸਟ ਹੋਇਆ ਸੀਗਾ ਆਪਣੇ ਸੁਰਿੰਦਰਪਾਲ ਸਾਥੀ ਦੀ ਅਗਵਾਈ ਦੇ ਵਿੱਚ ਅਤੇ ਹੋਰ ਵੀ ਆਪਣੇ ਸਾਥੀ ਪਹੁੰਚੇ ਸੀਗੇ। ਸੋ ਬਹੁਤ ਵਧੀਆ ਗੱਲ ਸੀਗੀ। ਇਹ ਨਹੀਂ ਮੈਂ ਚਾਹੁੰਦਾ ਕਿ ਪ੍ਰੋਟੈਸਟ ਕਿਉਂ ਹੋਇਆ, ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਥੀਓ, ਭਰਤੀ ਨੂੰ ਬਚਾਉਣਾ ਅਸੀਂ ਵੀ ਚਾਹੁੰਦੇ ਹਾਂ। ਇਹ ਨਹੀਂ ਕਿ ਭਰਤੀ ਨੂੰ ਅਸੀਂ ਬਚਾਉਣਾ ਨਹੀਂ ਚਾਹੁੰਦੇ, ਭਰਤੀ ਨੂੰ ਕੰਪਲੀਟ ਕਰਨਾ ਚਾਹੁੰਦੇ ਹਾਂ। ਸੋ ਮੇਰੀ ਉਹਨਾਂ ਸਾਥੀਆਂ ਦੇ ਅੱਗੇ ਵੀ ਬੇਨਤੀ ਹੈ ਜਿਹੜੇ ਉਸ ਤਰੀਕ ਨੂੰ 10 ਤਰੀਕ ਦੇ ਪ੍ਰੋਟੈਸਟ ਦੇ ਵਿੱਚ ਵੀ ਪਹੁੰਚੇ ਸੀਗੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਵੀ ਯੂਨੀਅਨ ਦੇ ਵੱਲੋਂ ਵੀ 2364 ਭਰਤੀ ਦਾ ਜਿਹੜਾ ਹੈ ਉਹ ਗੱਲ ਰੱਖ ਰਹੇ ਹਾਂ। ਅਤੇ ਇਹ ਨਹੀਂ ਹੈਗਾ ਕੋਈ ਐਂਡ ਦੇ ਵਿੱਚ ਜਿਹੜੀ ਉਹ ਤੁਹਾਡੀ ਗੱਲ ਜਿਹੜੀ ਉਹ ਰੱਖ ਰਹੇ ਹਾਂ। ਪਹਿਲ ਦੇ ਆਧਾਰ ਤੇ 2364 ਦਾ ਔਰ 5994 ਦਾ ਅਸੀਂ ਮੁੱਦਾ ਜਿਹੜਾ ਹੈ ਉਹ ਉਠਾ ਰਹੇ ਹਾਂ। ਔਰ ਉਸ ਤੋਂ ਬਾਅਦ ਸੈਂਕੜ ਲਿਸਟਾਂ ਜਿਹੜੀਆਂ ਰਹਿੰਦੀਆਂ ਨੇ ਔਰ ਓਵਰੇਜ ਦਾ ਮਸਲਾ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ 2364 ਔਰ 5994 ਜਿਹੜੇ ਪੋਰਟਲ ਖੁਲਵਾਉਣਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ BSN ਪਾਰਕ ਸੰਗਰੂਰ 11 ਵਜੇ ਸਾਰੇ ਸਾਥੀ ਪਹੁੰਚੋ, ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਇੱਕ ਐਸਾ ਹਮਲਾ ਮਾਰੀਏ ਕਿ ਆਪਾਂ ਜਲਦੀ ਜਿਹੜੀ ਹੈ ਉਹ ਆਪਾਂ ਭਰਤੀਆਂ ਜਿਹੜੀਆਂ ਉਹ ਕੰਪਲੀਟ ਕਰਵਾ ਸਕੀਏ। ਜਿੰਦੇ ਵਿੱਚ ਸਾਥੀਓ ਤੁਹਾਨੂੰ ਪਤਾ ਹੈ ਕਿ ਆਪਣੀ 2364 ਭਰਤੀ ਦੀ ਜਿਹੜੀ ਹੈ 20 ਜੁਲਾਈ ਨੂੰ ਜਿਹੜੀ ਹੀਅਰਿੰਗ ਹੈ। ਸੋ ਉਸ ਹੀਅਰਿੰਗ ਦੇ ਵਿੱਚ ਆਪਾਂ AG ਸਾਹਿਬ ਅਤੇ ਸਰਕਾਰ ਜਿਹੜੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਜੋ ਆਪਣਾ ਭਰਤੀ ਨੂੰ ਬਹਾਲ ਜਿਹੜਾ ਕਰਾਉਣ ਦਾ ਮਕਸਦ ਹੈ ਉਸ ਦੇ ਵਿੱਚ ਆਪਾਂ ਜਿਹੜਾ ਉਹ ਕਾਮਯਾਬ ਹੋ ਸਕੀਏ। ਸੋ ਇਸ ਲਈ ਸਾਥੀਓ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਕੁਝ ਸਾਥੀ ਕਹਿ ਰਹੇ ਸੀਗੇ ਕਿ 17 ਤਰੀਕ ਦਾ ਪ੍ਰੋਟੈਸਟ ਜਿਹੜਾ ਹੈ ਉਹ ਨਹੀਂ ਰੱਖਣਾ ਚਾਹੀਦਾ ਸੀਗਾ, ਬਾਅਦ ਵਿੱਚ ਰੱਖਣਾ ਚਾਹੀਦਾ ਸੀਗਾ। ਸੋ ਸਾਥੀਓ 20 ਜੁਲਾਈ ਦੀ ਹੀਅਰਿੰਗ ਤੋਂ ਪਹਿਲਾਂ ਆਪਾਂ ਨੂੰ ਇਹ ਪ੍ਰੋਟੈਸਟ ਕਰਨਾ ਬਹੁਤ ਜ਼ਰੂਰੀ ਸੀਗਾ। ਇਸ ਲਈ ਸਾਰੇ ਸਾਥੀ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਇਹ ਜਿੱਤਾਂ ਜਿਹੜੀਆਂ ਉਹ ਪ੍ਰਾਪਤ ਕਰ ਸਕੀਏ। ਸੋ ਸਾਥੀਓ ਗੱਲਾਂ ਹੋਰ ਵੀ ਬਹੁਤ ਜ਼ਿਆਦਾ ਸੀਗੀਆਂ, ਪਰ ਆਪਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਣਗੀਆਂ, ਜੋ ਗੱਲਾਂ ਆਪਾਂ ਲਾਈਵ ਦੇ ਵਿੱਚ ਨਹੀਂ ਕਰਨੀਆਂ, ਉਹ ਸਾਰੇ ਸਾਥੀਆਂ ਨੂੰ ਬੇਨਤੀ ਹੈ, ਚਾਹੇ ਉਹ 2364 ਵਾਲੇ ਆ, ਚਾਹੇ ਉਹ 5994 6635 ਵਾਲੇ ਹੈਗੇ ਆ, ਚਾਹੇ ਉਹ ਓਵਰੇਜ ਵਾਲੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਸੰਗਰੂਰ ਦੇ ਵਿੱਚ ਪਹੁੰਚੋ। ਉੱਥੇ ਆਪਾਂ ਫੇਸ ਟੂ ਫੇਸ ਜਿਹੜੀਆਂ ਨੇ ਉਹ ਸਾਰੀਆਂ ਗੱਲਾਂ ਕਰਾਂਗੇ ਅਤੇ ਸਰਕਾਰ ਤੱਕ ਜਿਹੜੀ ਹੈ ਆਪਣੀ ਆਵਾਜ਼ ਵੀ ਜਿਹੜੀ ਆ ਉਹ ਆਪਾਂ ਲੈ ਕੇ ਜਾਵਾਂਗੇ। ਉਹ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਜਿਹੜੀ ਹੈ ਉਹ ਆਪਣੀ ਆਵਾਜ਼ ਪਹੁੰਚੂਗੀ। ਸੋ ਇੱਥੇ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਣਾ ਕਿ ਸਾਡੀ 2364 ਭਰਤੀ ਜਿਹੜੀ ਹੈ ਉਸ ਨੂੰ ਬਹਾਲ ਕਰਵਾਇਆ ਜਾਵੇ। ਉਸ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਅਣਗਹਿਲੀ ਜਿਹੜੀ ਹੈ ਉਹ ਨਾ ਕੀਤੀ ਜਾਵੇ, ਕਿਉਂਕਿ ਸਰਕਾਰਾਂ ਦੀਆਂ ਗਲਤੀਆਂ ਦੇ ਕਾਰਨ ਸਾਡੀ ਭਰਤੀ ਜਿਹੜੀ ਹੈ, ਡਿਪਾਰਟਮੈਂਟ ਦੀ ਗਲਤੀ ਦੇ ਕਾਰਨ ਸਾਡੀ ਭਰਤੀ ਜਿਹੜੀ ਹੈ ਸਟਕ ਡਾਊਨ ਹੋਈ ਹੈ। ਤੇ ਇਹ ਭਰਤੀ ਨੂੰ ਬਹਾਲ ਵੀ ਕਰਾਉਣਾ ਜਿਹੜਾ ਸਰਕਾਰ ਦਾ ਫਰਜ਼ ਬਣਦਾ ਹੈ। ਨਹੀਂ ਤਾਂ ਇਸੇ ਤਰੀਕੇ ਦੇ ਨਾਲ ਹੀ ਸੰਘਰਸ਼ ਜਿਹੜਾ ਹੈ ਹੋਰ ਤਿੱਖੇ ਹੋਣਗੇ ਤਾਂ ਉਸ ਸੰਘਰਸ਼ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਹੋਵੇਗੀ। ਤਾਂ ਉਸ ਤੋਂ ਬਾਅਦ 5994 ਦਾ ਪੋਰਟਲ ਓਪਨ ਕਰਵਾਉਣ ਦੇ ਲਈ ਅਸੀਂ ਸੰਘਰਸ਼ ਜਿਹੜਾ ਉਹ ਵਿੱਢਿਆ ਹੋਇਆ ਹੈ। ਉਹ ਸੰਘਰਸ਼ ਉਨੀ ਦੇਰ ਤੱਕ ਜਿਹੜਾ ਉਹ ਖਤਮ ਨਹੀਂ ਹੋਊਗਾ ਜਿੰਨੀ ਦੇਰ ਤੱਕ ਸਾਡਾ ਜਿਹੜਾ ਪੋਰਟਲ ਓਪਨ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਸਾਡੀ ਜਿਹੜੀ ਉਹ ਚੇਤਾਵਨੀ ਹੈ ਸਰਕਾਰ ਦੇ ਅੱਗੇ। ਅਸੀਂ ਹਰੇਕ ਜਗ੍ਹਾ, ਚਾਹੇ ਕੋਈ MLA ਚਾਹੇ ਕੋਈ ਮੰਤਰੀ ਹੈ, ਅਸੀਂ ਉਸ ਦਾ ਘਿਰਾਓ ਜਿਹੜਾ ਉਹ ਕਰਾਂਗੇ। ਤੇ ਸਰਕਾਰ ਤੱਕਣ ਇਹ ਸਭ ਕੁਝ ਆਮ ਆਦਮੀ ਪਾਰਟੀ ਦੇਖ ਚੁੱਕੀ ਹੈ ਪਿੱਛੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਲੀਡਰਾਂ ਦਾ ਘਿਰਾਓ ਕਰਿਆ ਜਾਂਦਾ ਸੀਗਾ। ਤਾਂ ਇਹ ਉਹੀ ETT ਜਥੇਬੰਦੀ ਹੈ ਜਿਹੜੀ ਕਾਂਗਰਸ ਦੇ ਹਰੇਕ ਲੀਡਰ ਨੂੰ, ਚਾਹੇ ਉਹ ਕੋਈ ਸਿੱਖਿਆ ਮੰਤਰੀ ਸੀ, ਚਾਹੇ ਉਹ ਸਾਡੇ CM ਚਰਨਜੀਤ ਚੰਨੀ ਸੀ, ਚਾਹੇ ਹੋਰ ਲੀਡਰ ਸਨ, ਅਸੀਂ ਹਰੇਕ ਲੀਡਰ ਦਾ ਜਿਹੜਾ ਵਿਰੋਧ ਕਰਿਆ, ਸਟੇਜਾਂ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ। ਸੋ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਹਾਲਤ ਵੀ ਜਿਹੜੀ ਹੈ ਉਹ ETT ਜਥੇਬੰਦੀ ਜਿਹੜੀ ਉਹ ਕਰਾਊਗੀ। ਸੋ ਇਸ ਲਈ ਜਲਦੀ ਤੋਂ ਜਲਦੀ ਸਾਡਾ ਜਿਹੜਾ ਜਿੰਨਾ ਵੀ ਹੋ ਸਕੇ
ਸਾਡੇ 5994 ਦਾ ਪੋਰਟਲ ਓਪਨ ਕੀਤਾ ਜਾਵੇ ਔਰ 2364 ਭਰਤੀ ਜਿਹੜੀ ਆ ਉਸ ਨੂੰ ਬਹਾਲ ਕਰਵਾਇਆ ਜਾਵੇ ਔਰ ਸੈਂਕੜ ਲਿਸਟਾਂ ਜਿਹੜਾ 6635 ਦੀਆਂ ਔਰ ਜੋ ਵੀ ਸਾਡੇ ਪ੍ਰੋਸੈਸ ਨੂੰ ਲੇਟ ਹੋ ਰਿਹਾ ਹੈ ਉਸ ਨੂੰ ਜਲਦੀ ਜਿਹੜਾ ਉਹ ਕੰਪਲੀਟ ਕੀਤਾ ਜਾਵੇ। 5 ਸਾਲਾਂ ਤੋਂ ਧੱਕੇ ਖਾ ਰਹੇ ਜਿਹੜੇ ਸੜਕਾਂ ਤੇ ਜਿਹੜੇ ਓਵਰੇਜ ਸਾਥੀ ਹੋ ਚੁੱਕੇ ਨੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਉਹ ਸਰਕਾਰ ਵੱਲੋਂ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਸੋ ਇਹ ਸਾਡੀ ਜਿਹੜੀ ਉਹ ਚੇਤਾਵਨੀ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਜਿਹੜਾ ਸਾਡਾ ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ। ਸੋ ਸਭ ਤੋਂ ਪਹਿਲਾਂ ਮੇਰੀ ਉਹਨਾਂ ਸਾਥੀਆਂ ਨੂੰ ਅਪੀਲ ਹੈ ਜਿਹੜੇ ਸਿਲੈਕਟ ਹੋ ਚੁੱਕੇ ਨੇ, ਸਾਡੇ ਅਗਵਾਈ ਕਰਤਾ ਜਿੰਨੇ ਵੀ ਹੈਗੇ ਨੇ, ਸਾਡੇ ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਹੈਗੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਹੈ ਉਹ 17 ਜੁਲਾਈ ਨੂੰ ਸੰਗਰੂਰ ਦੇ ਵਿੱਚ ਜਿਹੜਾ ਹਰ ਹਾਲਤ ਵਿੱਚ ਜਿਹੜੇ ਹੈ ਉਹ ਜ਼ਰੂਰ ਪਹੁੰਚੋ। ਸਾਰੇ ਸਾਥੀਆਂ ਦਾ ਜਿਹੜਾ ਬੇਰੁਜ਼ਗਾਰਾਂ ਦਾ ਜਿਹੜਾ 5994 ਹੈਗੇ ਆ 2364 ਹੈਗੇ ਆ ਉਹਨਾਂ ਦਾ ਸਾਥ ਦੇਣਾ ਹੈ, ਚਾਹੇ ਉਹ ਫੰਡ ਦੇ ਪੱਖੋਂ ਹੈ ਚਾਹੇ ਉਹ ਸੰਘਰਸ਼ ਦੇ ਵਿੱਚ ਮੈਦਾਨੀ ਜੰਗ ਦੀ ਲੜਾਈ ਜਿਹੜੀ ਹੈ ਉਸ ਦੇ ਵਿੱਚ ਸਾਥ ਦੇਣਾ ਹੈ। ਸੋ ਸਾਰੇ ਸਾਥੀਆਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ 17 ਜੁਲਾਈ ਨੂੰ ਹਰ ਹਾਲਤ ਵਿੱਚ ਜਿਹੜਾ ਹੈ ਤੁਸੀਂ ਸਾਥੀਓ ਪਹੁੰਚਣਾ ਹੈ। ਸੰਗਰੂਰ ਸੀਐਮ ਦੀ ਕੋਠੀ ਦਾ ਜਿਹੜਾ ਉਹ ਘਿਰਾਓ ਕੀਤਾ ਜਾਊਗਾ। 11 ਵਜੇ ਦਾ ਜਿਹੜਾ ਉਹ ਟਾਈਮ ਰੱਖਿਆ ਹੋਇਆ ਹੈ BSN ਪਾਰਕ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।